ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ ਅੱਜ ਆਪਾਂ ਗੁਰੂ ਚਰਨਾਂ ਵਿੱਚ ਜੁੜ ਮਿਲ ਬੈਠੇ ਹਾਂ। ਇੱਕ ਬੇਨਤੀ ਮੈਂ ਪਹਿਲੋਂ ਕਰਕੇ ਅਗਲੀ ਗੱਲ ਫਿਰ ਸੁਣੀ ਹੈ। ਸਾਰਾ ਸਿੱਖ ਜਗਤ ਇਹ ਸ਼ਬਦ ਵਰਤਦਾ ਹੈ ਭਈ ਅਸੀਂ ਗੁਰਪੁਰਬ ਮਨਾਉਣਾ ਹੈ, ਭਾਵੇਂ ਕਿਸੇ ਗੁਰੂ ਦਾ ਹੋਵੇ, ਕਿਸੇ ਭਗਤ ਸਾਹਿਬਾਨ ਦਾ ਹੋਵੇ। ਅਸਲ ਵਿੱਚ ਤਾਂ ਅਸੀਂ ਆਪਣੇ ਮਨ ਨੂੰ ਮਨਾਉਣਾ ਹੁੰਦਾ ਹੈ। ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਸਾਹਮਣੇ ਰੱਖ ਕੇ ਅਸੀਂ ਆਪਣੇ ਮਨ ਨੂੰ ਮਨਾਉਣਾ ਹੈ। ਆਪਣੇ ਮਨ ਵਿੱਚ ਉਹ ਸਿਦਕ ਤੇ ਭਰੋਸਾ ਪੈਦਾ ਕਰਨਾ ਹੈ। ਗੁਰੂ ਅਰਜਨ ਪਾਤਸ਼ਾਹ ਜੀ ਦਾ ਪਾਵਨ ਜੀਵਨ ਵੀ ਸਾਨੂੰ ਦੋ ਗੱਲਾਂ ਬਿਲਕੁਲ ਪ੍ਰਤੱਖ ਰੂਪ ਵਿੱਚ ਦਰਸਾਉਂਦੇ ਨੇ। ਪਹਿਲੀ ਗੱਲ, ਜ਼ਿੰਦਗੀ ਦੀ ਹਰ ਮੁਸ਼ਕਿਲ ਵਿੱਚੋਂ ਅਸੀਂ ਆਪਣੇ ਮੁਸ਼ਕਿਲ ਦਾ ਰਾਹ ਕਿਵੇਂ ਲੱਭਣਾ ਹੈ। ਔਰ ਦੂਜੀ ਗੱਲ, ਲੱਖਾਂ ਵਿਰੋਧੀ ਨੇ ਪਰ ਮੈਂ ਵਿਰੋਧੀਆਂ ਨਾਲ ਉਲਝਣ ਦੀ ਬਜਾਏ ਕੋਈ ਸਾਕਾਰ ਕੰਮ ਕਰਕੇ ਧਰਤੀ ਦੇ ਤਖਤੇ ਤੇ ਆਪਣੇ ਜੀਵਨ ਨੂੰ ਸਫਲ ਕਰਾਂ। ਗੁਰੂ ਅਰਜਨ ਸਾਹਿਬ ਜੀ ਨੇ ਇਹ ਦੋ ਪੱਖ ਜਿਹੜੇ ਨੇ ਉਹ ਪ੍ਰਤੱਖ ਰੂਪ ਵਿੱਚ ਸਾਹਮਣੇ ਰੱਖੇ ਨੇ। ਉਹਨਾਂ ਦੀ ਜੀਵਨੀ ਵਿੱਚੋਂ ਆਪਾਂ ਵੇਖਣ ਦੀ ਕੋਸ਼ਿਸ਼ ਕਰਾਂਗੇ। ਇਹ ਵੀ ਕੋਸ਼ਿਸ਼ ਕਰਾਂਗੇ ਵੀ ਮਨਾ ਤੇਰੇ ਕੋਲ ਕਿੰਨਾ ਕੁ ਸਿਦਕ ਤੇ ਭਰੋਸਾ ਹੈ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦਾ ਬੀਬੀ ਭਾਨੀ ਜੀ ਦੇ ਨਾਲ 1553 ਦੇ ਵਿੱਚ ਗੋਇੰਦਵਾਲ ਸਾਹਿਬ ਦੀ ਧਰਤੀ ਉੱਤੇ ਵਿਆਹ ਸ਼ਾਦੀ ਹੋਈ। ਉਹਨਾਂ ਦੇ ਵੱਡੇ ਪੁੱਤਰ ਬਾਬਾ ਪ੍ਰਿਥੀ ਚੰਦ ਜੀ, ਉਦੋਂ ਛੋਟੇ ਬਾਬਾ ਮਹਾਦੇਵ ਜੀ, ਉਦੋਂ ਛੋਟੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਉਹਨਾਂ ਦਾ ਪ੍ਰਕਾਸ਼ 15 ਅਪ੍ਰੈਲ 1563 ਨੂੰ ਹੋਇਆ ਸੀ। ਇਹ ਗੱਲ ਚੇਤੇ ਰੱਖਣ ਵਾਲੀ ਹੈ। ਇਹ ਪਹਿਲੇ ਗੁਰੂ ਨੇ ਜਿਨ੍ਹਾਂ ਨੂੰ ਪਹਿਲੇ ਸਾਹ ਤੋਂ ਹੀ, ਸ਼ੁਰੂਆਤ ਤੋਂ ਹੀ ਗੁਰੂ ਦੀ ਗੋਦ ਮਿਲੀ ਹੈ, ਕਿਉਂਕਿ ਇਹਨਾਂ ਦੇ ਨਾਨਾ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਉਦੋਂ ਗੁਰੂ ਸਨ। 1552 ਵਿੱਚ ਉਹਨਾਂ ਨੂੰ ਗੁਰਗੱਦੀ ਮਿਲੀ ਸੀ। ਗੁਰੂ ਚਰਨਾਂ ਵਿੱਚ ਰਹਿ ਕੇ ਜਦੋਂ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਮਿਲੀ, ਉਦੋਂ ਯਾਦ ਰੱਖਿਓ ਜੇ ਗੁਰੂ ਅਰਜਨ ਪਾਤਸ਼ਾਹ ਦੀ ਉਮਰ 11 ਸਾਲ ਹੈ। 1563 ਵਿੱਚ ਜਨਮ ਹੋਇਆ ਤੇ 1574 ਵਿੱਚ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਮਿਲੀ ਹੈ। ਬੜੀ ਤਵੱਜੋ ਦੇ ਕੇ ਸਮਝਿਓ। ਬੀਬੀ ਭਾਨੀ ਦੇ ਮਨ ਵਿੱਚ ਇੱਕ ਬੜੀ ਤਮੰਨਾ ਹੈ ਕਿ ਜੋ ਕੁਝ ਮਿਲਦਾ ਹੈ ਗੁਰੂ ਘਰ ਦੀ ਸੇਵਾ ਵਿੱਚੋਂ, ਗੁਰੂ ਘਰ ਦੇ ਪਿਆਰ ਵਿੱਚੋਂ, ਸਿਮਰਨ ਵਿੱਚੋਂ ਮਿਲਦਾ ਹੈ। ਕੋਸ਼ਿਸ਼ ਤਾਂ ਉਹਨਾਂ ਨੇ ਆਪਣੇ ਤਿੰਨੇ ਪੁੱਤਾਂ ਲਈ ਕੀਤੀ ਸੀ, ਪਰ ਛੋਟੇ ਪੁੱਤਰ ਨੂੰ ਵੀ ਉਸੇ ਤਰ੍ਹਾਂ ਨਾਨੇ ਗੁਰੂ ਕੋਲ ਬਿਠਾਉਣਾ। ਗੁਰੂ ਅਮਰਦਾਸ ਜੀ ਨੇ ਨਿੱਕੀ ਉਮਰ ਤੋਂ, ਜੋ ਸਾਡੇ ਪੁਰਾਣੇ ਕਲਚਰ ਦਾ ਅੰਗ ਵੀ ਰਿਹਾ ਹੈ, ਨਿੱਕੀ ਉਮਰ ਤੋਂ ਗੁਰੂ ਅਮਰਦਾਸ ਜੀ ਨੇ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਗੁਰੂ ਨਾਨਕ ਸਾਹਿਬ ਦੇ ਜੀਵਨ ਦੀਆਂ ਸਾਖੀਆਂ ਸੁਣਾਉਣੀਆਂ। ਸਾਰਾ ਜੀਵਨ ਉਹਨਾਂ ਦਾ ਸੁਣਾਇਆ। ਗੁਰੂ ਅਰਜਨ ਪਾਤਸ਼ਾਹ ਦੇ ਕੰਨਾਂ 'ਚ ਰੋਜ਼ ਅੰਮ੍ਰਿਤ ਪਾਉਂਦੇ ਨੇ ਗੁਰੂ ਅਮਰਦਾਸ ਜੀ। ਫਿਰ ਉਸ ਤੋਂ ਬਾਅਦ ਵਿੱਚ ਗੁਰੂ ਅੰਗਦ ਸਾਹਿਬ ਜੀ ਦਾ ਜੀਵਨ ਸੁਣਾਇਆ। ਤੇ ਉੱਤੇ ਤੁਹਾਨੂੰ ਪਤਾ ਹੀ ਹੈ ਵੀ ਗੁਰੂ ਅਮਰਦਾਸ ਜੀ ਗੁਰੂ ਅੰਗਦ ਸਾਹਿਬ ਜੀ ਦੇ ਕੋਲ 12 ਸਾਲ ਸੇਵਾ ਨਿਭਾਉਂਦੇ ਰਹੇ। ਗੁਰੂ ਅੰਗਦ ਸਾਹਿਬ ਜੀ ਨੇ ਗੁਰਗੱਦੀ ਦਾ ਸਮਾਂ ਜਿਹੜਾ ਉਹ 13 ਸਾਲ ਹੈ ਸਿਰਫ।
ਤੇ 13 ਸਾਲਾਂ ਵਿੱਚੋਂ 12 ਸਾਲ ਗੁਰੂ ਅਮਰਦਾਸ ਜੀ ਉਹਨਾਂ ਦੇ ਕੋਲ ਰਹੇ। ਜਿੰਨੀਆਂ ਸਿੱਖਿਆਵਾਂ, ਜਿੰਨੀਆਂ ਘਟਨਾਵਾਂ, ਜਿੰਨਾ ਇਤਿਹਾਸ ਹੈ, ਗੁਰੂ ਅੰਗਦ ਸਾਹਿਬ ਜੀ ਦਾ ਇੱਕ ਇੱਕ ਅੱਖਰ ਗੁਰੂ ਅਰਜਨ ਪਾਤਸ਼ਾਹ ਦੇ ਦਿਲ ਵਿੱਚ ਲਿਖ ਦਿੱਤਾ ਗੁਰੂ ਅਮਰਦਾਸ ਜੀ ਨੇ। ਫਿਰ ਇੱਥੇ ਹੀ ਬਸ ਨਹੀਂ, ਹਰ ਰੋਜ਼ ਉਹਨਾਂ ਨੂੰ ਗੁਰਬਾਣੀ ਦੇ ਸ਼ਬਦਾਂ ਨਾਲ ਜੋੜਨਾ, ਅੰਮ੍ਰਿਤਮਈ ਬਚਨਾਂ ਨਾਲ ਜੋੜਨਾ। ਸੁਣਾਇਆ ਤੇ ਬਾਬਾ ਪ੍ਰਿਥੀ ਚੰਦ ਨੂੰ ਵੀ ਹੋਵੇਗਾ, ਸੁਣਾਇਆ ਤੇ ਬਾਬਾ ਮਹਾਦੇਵ ਨੂੰ ਵੀ ਹੋਵੇਗਾ, ਪਰ ਚੇਤਾ ਰੱਖਿਓ ਕੋਈ ਵਿਰਲਾ ਹੁੰਦਾ ਹੈ ਜਿਹੜਾ ਗੁਰੂ ਦੀ ਬਖਸ਼ਿਸ਼ ਨੂੰ ਸੰਭਾਲ ਲੈਂਦਾ ਹੈ। ਦੋ ਚੀਜ਼ਾਂ ਜੀਵਨ ਵਿੱਚ ਹਮੇਸ਼ਾ ਚੇਤੇ ਰੱਖਣ ਵਾਲੀਆਂ ਨੇ। ਜਿੱਥੇ ਹੰਕਾਰ ਹੁੰਦਾ ਹੈ ਉੱਥੇ ਪਿਆਰ ਨਹੀਂ ਬਣਦਾ, ਜਿੱਥੇ ਪਿਆਰ ਹੋਵੇ ਉੱਥੇ ਹੰਕਾਰ ਨਹੀਂ ਹੁੰਦਾ। ਜਿਸ ਦਿਨ ਗੁਰਗੱਦੀ ਮਿਲੀ ਗੁਰੂ ਰਾਮਦਾਸ ਜੀ ਨੂੰ, ਗੁਰੂ ਅਰਜਨ ਪਾਤਸ਼ਾਹ ਦੀ ਉਮਰ 11 ਸਾਲ ਹੈ। ਉਹਨਾਂ ਦੇ ਸਾਹਮਣੇ ਬਿਲਕੁਲ ਸਪਸ਼ਟ ਹੈ ਵੀ ਜਿਹੜੇ ਚਲਾਕੀਆਂ ਕਰਨ ਵਾਲੇ, ਚਤਰਾਈਆਂ ਕਰਨ ਵਾਲੇ, ਉਹ ਤਾਂ ਖਾਲੀ ਰਹਿ ਗਏ, ਤੇ ਜਿਹੜੇ ਸੱਚੇ ਦਿਲੋਂ ਗੁਰੂ ਦੀ ਸੇਵਾ ਕਰਦੇ ਸਨ ਉਹ ਬੇੜੀਆਂ ਪਾਰ ਹੀ ਨਹੀਂ ਕਰ ਗਏ, ਬਲਕਿ ਬਰਕਤਾਂ ਨਾਲ ਆਪਣੀਆਂ ਝੋਲੀਆਂ ਭਰਵਾ ਗਏ। ਗੁਰੂ ਅਮਰਦਾਸ ਜੀ ਦਾ ਪਾਵਨ ਬੋਲ ਗੁਰੂ ਅਰਜਨ ਪਾਤਸ਼ਾਹ ਜੀ ਦੇ ਬਿਲਕੁਲ ਚੇਤੇ ਹੈ। ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ, ਚਤਰਾਈ ਨਾ ਪਾਇਆ ਕਿਨੇ ਤੂੰ, ਸੁਣ ਮਨ ਮੇਰਿਆ ਇਹ ਮਾਇਆ ਮੋਣੀ ਜਿਨ ਏਟ ਭਰਮ ਭੁਲਾਇਆ। ਮਾਇਆ ਤਾਂ ਮੋਣੀ ਤਿਨੇ ਕੀਤੀ ਜਿਨ ਟਕੋਲੀ ਪਾਈਆ, ਕੁਰਬਾਨ ਕੀਤਾ ਤਿਸੇ ਵਿਟੋਂ ਜਿਨ ਮੂੰਹ ਮਿੱਠਾ ਲਾਇਆ। ਕਹੇ ਨਾਨਕ ਮਨ ਚੰਚਲ ਚਤਰਾਈ ਕਿਨੇ ਨਾ ਪਾਇਆ। ਗੁਰੂ ਅਰਜਨ ਪਾਤਸ਼ਾਹ ਨੇ ਚਤਰਾਈਆਂ ਦਾ ਪੱਖ ਤਿਆਗ ਕੇ ਉਹ ਪੱਖ ਚੁਣ ਲਿਆ ਜਿਹੜਾ ਗੁਰੂ ਦੀ ਬਖਸ਼ਿਸ਼ ਵਾਲਾ ਹੈ, ਜਿਹੜਾ ਗੁਰੂ ਦੀ ਰਹਿਮਤ ਵਾਲਾ ਹੈ। ਉਸ ਨੂੰ ਚੁਣ ਕੇ ਜੀਵਨ ਗੁਜ਼ਾਰ ਰਹੇ ਨੇ। ਹਰ ਗੱਲ ਆਪਣੇ ਪਿਤਾ ਦੀ, ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮੰਨੀ। ਜਦੋਂ ਅੰਮ੍ਰਿਤਸਰ ਸ਼ਹਿਰ ਵਸਾਇਆ ਜਾ ਰਿਹਾ ਹੈ ਤੇ ਉਹਦੇ ਵਿੱਚ ਹੱਦੋਂ ਵੱਧ ਯੋਗਦਾਨ ਪਾਇਆ ਗੁਰੂ ਅਰਜਨ ਪਾਤਸ਼ਾਹ ਜੀ ਨੇ, ਬੜੀ ਨਿਰਮਾਣਤਾ ਦੇ ਨਾਲ। ਇੱਕ ਛੋਟੀ ਜਿਹੀ ਘਟਨਾ ਕਹਿਣੀ ਚਾਹੁੰਦਾ। ਗੁਰੂ ਰਾਮਦਾਸ ਜੀ ਦੇ ਗੁਰਗੱਦੀ ਤੇ ਬਿਰਾਜਦੇ ਆ ਲਾਹੌਰ ਸ਼ਹਿਰ ਦੇ ਨਿਵਾਸੀ, ਉਹਨਾਂ ਨੂੰ ਇੱਕ ਉਦਾਸੀ ਬੜੀ ਸੀ ਲੰਮੇ ਸਮੇਂ ਦੀ, ਭਈ ਆਹ ਬੱਚਾ ਜਿਹੜਾ ਅੱਜ ਦੁਨੀਆ ਭਰ ਵਿੱਚੋਂ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਇਹ ਕਦੇ ਇਸੇ ਲਾਹੌਰ ਵਿੱਚੋਂ ਗਿਆ ਸੀ ਤੇ ਇਹਦੀ ਕਿਸੇ ਬਾਂਹ ਨਹੀਂ ਸੀ ਪਕੜੀ। ਸਮੁੱਚੀ ਲਾਹੌਰ ਕੋਲ 2 ਰੋਟੀਆਂ ਨਾ ਮਿਲ ਸਕੀਆਂ, ਸਮੁੱਚੀ ਲਾਹੌਰ ਦੇ ਕੋਲੋਂ 2 ਕੱਪੜੇ ਨਾ ਮਿਲ ਸਕੇ ਇਸ ਬੱਚੇ ਨੂੰ ਦੇਣ ਵਾਸਤੇ, ਜਿਹਦੀ ਨਾ ਮਾਂ ਹੈ ਨਾ ਬਾਪ ਹੈ। ਇਹਨੂੰ ਨਾਨੀ ਲੈ ਗਈ ਸੀ। ਗੁਰੂ ਰਾਮਦਾਸ ਜੀ ਦੇ ਸ਼ਰੀਕੇ ਵਿੱਚੋਂ ਉਹਨਾਂ ਦਾ ਭਰਾ ਹੈ ਭਾਈ ਹਰਦਾਸ, ਉਹ ਗੁਰੂ ਚਰਨਾਂ ਵਿੱਚ ਆਏ, ਸਤਿਗੁਰੂ ਅਸੀਂ ਪਿਛਲੇ ਲੱਗੇ ਦਾਗ ਹੀ ਨਹੀਂ ਧੋਣਾ ਚਾਹੁੰਦੇ, ਬਲਕਿ ਆਪਣੀ ਟੁੱਟੀ ਗੰਢਣੀ ਚਾਹੁੰਦੇ ਹਾਂ। ਤੁਸੀਂ ਕਿਰਪਾ ਕਰੋ, ਬਹਾਨਾ ਬਣਿਆ ਮੇਰੇ ਪੁੱਤਰ ਦੀ ਸ਼ਾਦੀ ਹੈ ਤੇ ਤੁਸੀਂ ਲਾਹੌਰ ਆਵੋ, ਸ਼ਾਦੀ ਵਿੱਚ ਸ਼ਾਮਲ ਹੋਵੋ। ਸਮੁੱਚੀ ਲਾਹੌਰ ਤੁਹਾਡੇ ਚਰਨਾਂ 'ਚ ਸਿਦਕ ਦਾ ਸਿਜਦਾ ਕਰਨਾ ਚਾਹੁੰਦੀ ਹੈ। ਗੁਰੂ ਰਾਮਦਾਸ ਜੀ ਕਹਿਣ ਲੱਗੇ, ਭਲਿਓ ਮੇਰੇ ਕੋਈ ਸ਼ਿਕਵਾ ਸ਼ਿਕਾਇਤਾਂ ਨਹੀਂ ਤੁਹਾਡੇ ਨਾਲ। ਸ਼ੁਕਰ ਹੈ ਰੱਬ ਦਾ, ਜੇ ਮੇਰੀ ਮਾਂ ਨਾ ਖੋਂਦਾ ਰੱਬ, ਜੇ ਮੇਰਾ ਪਿਤਾ ਨਾ ਖੋਂਦਾ ਰੱਬ, ਤੇ ਮੈਨੂੰ ਗੁਰੂ ਅਮਰਦਾਸ ਜੀ ਵਰਗਾ ਗੁਰੂ ਨਹੀਂ ਸੀ ਮਿਲਣਾ, ਤੇ ਮੈਨੂੰ ਇਸ ਗੁਰੂ ਘਰ ਦੀ ਸੇਵਾ ਨਹੀਂ ਸੀ ਮਿਲਣੀ। ਜਿੱਥੇ ਬਾਕੀ ਲਾਹੌਰ ਵਸਦੀ ਉੱਥੇ ਇੱਕ ਜੇਠਾ ਵੀ ਉੱਥੇ ਹੀ ਵਸਦਾ ਰਹਿਣਾ ਸੀ। ਮੈਨੂੰ ਕੋਈ ਸ਼ਿਕਵੇ ਸ਼ਿਕਾਇਤਾਂ ਨਹੀਂ ਹੈ ਤੁਹਾਡੇ ਨਾਲ। ਹਾਂ, ਰਹੀ ਗੱਲ ਵਿਆਹ ਤੇ ਜਾਣ ਦੀ, ਉਹਦੇ ਲਈ ਮਜਬੂਰੀ ਹੈ ਵੀ ਆਪਾਂ ਲੜਕੇ ਵਾਲੇ ਜਦੋਂ ਬਰਾਤ ਲੈ ਕੇ ਲੜਕੀ ਵਾਲਿਆਂ ਦੇ ਘਰ ਜਾਵਾਂਗੇ ਤਾਂ ਬਹੁਤਾਤ ਸੰਗਤ ਜਿਹੜੀ ਉਹ ਗੁਰੂ ਘਰ ਵਿੱਚ ਆਏਗੀ, ਦਰਸ਼ਨ ਕਰਨ ਆਏਗੀ। ਲੜਕੀ ਵਾਲਿਆਂ ਤੇ ਬਹੁਤ ਭਾਰ ਪਏਗਾ। ਆਪਾਂ ਕਿਸੇ ਵੇਲੇ ਵੱਖਰੇ ਤੌਰ ਤੇ ਆ ਜਾਵਾਂਗੇ, ਪਰ ਹੁਣ ਕਿਸੇ ਲੜਕੀ ਵਾਲਿਆਂ ਤੇ ਇੰਨਾ ਭਾਰ ਪਾਉਣਾ ਯੋਗ ਨਹੀਂ ਹੋਵੇਗਾ। ਭਾਈ ਹਰਦਾਸ ਜੀ ਹੱਥ ਜੋੜ ਕੇ ਕਹਿਣ ਲੱਗੇ, ਸਤਿਗੁਰੂ ਮੈਂ ਮੂੰਹ ਲੈ ਕੇ ਆਇਆ ਲਾਹੌਰ ਤੋਂ, ਤੇ ਮੇਰੀ ਕੁਛ ਤਾਂ ਲਾਜ ਰੱਖੋ ਨਾ। ਤੁਸੀਂ ਨਹੀਂ ਜਾਣਾ, ਪਰਿਵਾਰ ਚੋਂ ਕਿਸੇ ਨੂੰ ਭੇਜ ਦਿਓ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਵੱਡੇ ਪੁੱਤਰ ਪ੍ਰਿਥੀ ਚੰਦ ਨੂੰ ਆਵਾਜ਼ ਮਾਰੀ। ਕਹਿਣ ਲੱਗੇ, ਪੁੱਤਰ
ਤੁਸੀਂ ਆਪਣੇ ਤਾਇਆ ਜੀ ਨਾਲ ਲਾਹੌਰ ਜਾਓ। ਤੇ ਬਾਬਾ ਪ੍ਰਿਥੀ ਚੰਦ ਦੇਖ ਕੇ ਆਪਣੇ ਮੱਥੇ ਤੇ ਤਿਉੜੀਆਂ ਪਾ ਕੇ, ਮੱਥੇ ਤੇ ਵੱਟ ਪਾ ਕੇ, ਤੇ ਬੜੀ ਹੈਰਾਨੀ ਨਾਲ ਆਪਣੇ ਪਿਤਾ ਨੂੰ ਦੇਖਦੇ, ਪਿਤਾ ਜੀ ਤੁਸੀਂ ਕਿਹਨੂੰ ਕਹਿ ਰਹੇ ਹੋ? ਕਹਿਣ ਲੱਗੇ ਮੈਂ ਵੱਡੇ ਪੁੱਤਰ ਨੂੰ, ਜ਼ਿੰਮੇਵਾਰ ਪੁੱਤਰ ਨੂੰ ਕਹਿ ਰਹੀ ਹਾਂ। ਕਹਿਣ ਲੱਗੇ ਪਿਤਾ ਜੀ ਇਹ ਤੁਹਾਡੇ ਵਾਲਾ ਵਕਤ ਨਹੀਂ। ਭਾਈ ਥੋੜੀਆਂ ਜਿਹੀਆਂ ਘੁੰਗਣੀਆਂ ਲੈ ਕੇ ਚਲੇ ਗਏ, ਸ਼ਾਮ ਨੂੰ ਵੇਚ ਕੇ ਆ ਗਏ, ਤੇ ਆਨੇ 2 ਆਨੇ 4 ਆਨੇ ਦੀਆਂ ਜਿਹੜੀਆਂ ਗੱਲਾਂ ਸੀ ਹੁਣ ਉਹ ਗੱਲਾਂ ਨਹੀਂ ਰਹਿ ਗਈਆਂ। ਹੁਣ ਤੇ ਹਜ਼ਾਰਾਂ ਸੰਗਤਾਂ ਦਾ ਆਉਣਾ ਹੈ, ਹਜ਼ਾਰਾਂ ਸੰਗਤਾਂ ਦਾ ਜਾਣਾ ਹੈ। ਇੰਨਾ ਪੈਸਾ ਇਹਨੂੰ ਕੌਣ ਹਿਸਾਬ ਕਿਤਾਬ ਰੱਖੇਗਾ ਮੇਰੇ ਬਿਨਾਂ? आप बेलोकत हो सब समय, रहत काज जिस विद को हमें, एक आबत एक करत पधारन, लेन देन नित करत हजारन। हजारां हुंदियां ने संगतां, ते कौन हिसाब किताब रखेगा? मेरे तो बिना नहीं रखा जाना, मैं नहीं उत्थे जाना। गुरु रामदास जी कहन लगे ठीक है पुत्त, कोई गल नहीं। महादेव नूं कहा, कहन लगे पुत्तर तुसी चले जाओ, तुसी तां किसी रुझेवें विच नहीं हुंदे। कि बाबा महादेव ने भी जवाब दिता, कहने लगे पिता जी कौन किसी का रिश्तेदार है? अज तुहानूं गुरगद्दी मिल गई, लोग सलामा करते, नहीं तो लाहौर वाले भी आगे चल के। सतगुरु कहने लगे गुरु घर कदे किसी के शिकवे शिकायतां चेते नहीं रखता, पर तुसी जावो। कहने लगे नहीं। सुनकर बोले मस्त स्वभाऊ, कौन बंधु किसके हम जाऊँ, न हमरी के साथ चनारी, न चाहूँ मैं करन अगारी। कौन किसी का रिश्तेदार है? मेरी किसी ना कोई वाकफियत नहीं, ना मैं करनी चाहना, मैं नहीं जाना। गुरु अर्जन पातशाह जी भी कोल खलोते ने। सतगुरु कहन लगे अर्जन पुत्त तुहाडी उम्र तो छोटी है, पर जिम्मेवारी है, हुण तुसी जावो। हाथ जोड़ के पिता जी अगे खलोगे। पिता गुरु के सुन पर माने, हाथ जोड़ कर बाक बखाने। ए तो काज सुगम है मोहे, तहाँ पठावो जय आनंद होए। जय जावन में जीवन संशय, दियो ऐस तुम होए निसंशय। पिता जी तुसी तां मैनूं खुशियां च भेज रहे हो, पर जिथे जान च मेरी जान नूं भी खतरा होवे ना, तुसी उत्थे जान लग्गियां भी, उत्थे भेजण लग्गियां भी मैनूं नहीं पुछना। सतगुरु तुसी हुक्म दिओ। जपजी साहिब कली पढ़न वाली नहीं है, ये जीवन विच कमाउण वाली हुक्म रजाई चलना नानक लिखिया नाल। खजाने उही पैंदे ने जिहड़े हुक्म रजाई दे पांधी बन जाते हैं। गुरु अर्जन पातशाह जी चले गए लाहौर। हुण देखो देखण नूं की लगदा है? देखण नूं यूं लगदा है भी बाबा प्रिथी चंद गुरु रामदास जी के बिल्कुल कोल ने, सेवा भी बहुत करते नजर आ रहे हैं। ते गुरु अर्जन पातशाह जी ब्याह शादियां देख रहे हैं। पर विचली गल की है? विचली गल यह है भी एक ने हुक्म मान लिया, वो भावें दूर भी चले गए, एक ने हुक्म नहीं मनिया, भावें कोल भी ने। एक गुरबाणी का शब्द कह के गल अगे तोरा, गुर सभा एव ना पाईए। गुरु की मौजूदगी, गुरु का प्यार इवें नहीं मिलता। गुर सभा एव ना पाईए, ना नेड़े ना दूर, नानक सतगुर तां मिले जा मन रहे हदूर। सतगुरु तां मिलता है कि मन करके कोल होवे। जे असीं तन करके बहुत कोल बैठे होइए। एक गुरबाणी का शब्द होर कह देना चाहुंदा है, जब लग शब्द ना भेदी है, क्यों सो है गुरद्वार। पुੱਤ तू मैनू गुरद्वारे च बैठा भी सोहना नहीं लगेगा, जे इत्थे बैठ के भी अपने ख्यालों च गुआचिया रहा। जे गुरु शब्द नाल सांझ ना पाई, तू गुरद्वारे भी बैठा मैनू सोहना नहीं लगेगा। हुण देखण नूं तां बाबा प्रिथी चंद नेड़े है, देखण नूं शरीरक दूरी गुरु अर्जन पातशाह जी बहुत है, अमृतसर तो लाहौर है। पर वो लाहौर च बैठे भी कह रहे ने मेरा मन सतगुरु तेरे दर्शन नूं तड़फदा है। बाबा प्रिथी चंद कोल रहिंदा होया भी आनंद ना मान सकिया। वक्त आया गुरु रामदास जी ने गुरु अर्जन पातशाह जी नूं लाहौर तो बुला लिया। बुला के कुछ समा रहे, पता लग गया चोले त्यागण का वक्त है। तो गुरु रामदास जी ने बचन आख्या, कहने लगे पुत
ਇੱਥੇ ਪਿਰਥੀ ਚੰਦ ਕਲਾ ਕਲੇਸ਼ ਕਰੇਗਾ। ਇਹਦੇ ਅੰਦਰ ਕੋਈ ਇਹੋ ਜਿਹੀ ਵਡਿਆਈ ਵਾਲੀ ਗੱਲ ਨਹੀਂ। ਤੁਸੀਂ ਮੈਨੂੰ ਇੱਥੋਂ ਗੋਇੰਦਵਾਲ ਸਾਹਿਬ ਲੈ ਚੱਲੋ। ਗੋਇੰਦਵਾਲ ਸਾਹਿਬ ਦੀ ਧਰਤੀ ਤੇ ਮੈਨੂੰ ਬਹੁਤ ਪਿਆਰੀਆਂ ਯਾਦਾਂ ਨੇ। ਉੱਥੇ ਸਿਰ ਤੋਂ ਟੋਕਰੀ ਚੁੱਕ ਕੇ ਗੁਰੂ ਅਮਰਦਾਸ ਜੀ ਨੇ ਛਤਰ ਰੱਖਿਆ ਸੀ। ਉੱਥੇ ਬੀਬੀ ਭਾਨੀ ਵਰਗਾ ਜੀਵਨ ਸਾਥੀ ਮਿਲਿਆ ਸੀ। ਉੱਥੇ ਗੁਰਬਾਣੀ ਦੇ ਬੋਲ ਮਿਲੇ ਸਨ ਮੈਨੂੰ। ਉੱਥੇ ਗੁਰਗੱਦੀ ਮਿਲੀ ਸੀ। ਉੱਥੇ ਮੇਰੀ ਹਾਲਤ ਬਣੀ ਸੀ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾਬਿਤ ਤੁਮ ਹਰ ਜਾਨੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਮੈਨੂੰ ਉਸ ਕੀਰੇ ਨੂੰ ਥਾਪਿਆ ਸੀ। ਗੁਰੂ ਅਰਜਨ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਲੈ ਪਿਤਾ ਜੀ ਦੀ ਸੇਵਾ ਵਿੱਚ ਨੇ। 1 ਸਤੰਬਰ 1581 ਨੂੰ ਉਹ ਭਾਣਾ ਵਰਤ ਗਿਆ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਚੋਲਾ ਤਿਆਗ ਕੇ ਪਰਮੇਸ਼ਰ ਵਿੱਚ ਅਭੇਦ ਹੋ ਗਏ ਤੇ ਉਹ ਗੁਰਗੱਦੀ ਦੀ ਦਾਤ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਬਖਸ਼ਿਸ਼ ਕਰ ਗਏ। ਅੱਗੇ ਜਾ ਕੇ ਗੱਲ ਕਰਾਂਗਾ, ਪਰ ਹੁਣ ਮੈਂ ਸਿਰਫ ਦ੍ਰਿਸ਼ਟਾਂਤ ਹੀ ਦੇਣਾ ਚਾਹੁੰਦਾ। ਅੰਤ ਨ ਪਾਵਤ ਦੇਵ ਸਭੈ ਮਨ ਇੰਦਰ ਮਹਾ ਸ਼ਿਵ ਜੋਗ, ਕਰੀ ਫਨ ਵੇਦ ਬਿਰੰਚ ਵਿਚਾਰ ਰਿਓ, ਹਰ ਜਾਪ ਨ ਛਾਡੋ ਏਕ ਕਰੀ, ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ, ਸੰਗਤ ਸਿਸ਼ਟ ਨਿਹਾਲ ਕਰੀ, ਰਾਮਦਾਸ ਗੁਰੂ ਜਗ ਤਾਰਨ ਕੋ, ਗੁਰ ਜੋਤ ਅਰਜਨ ਮਾਹੀ ਧਰੀ। ਗੁਰੂ ਜੋਤ ਗੁਰੂ ਅਰਜਨ ਸਾਹਿਬ ਜੀ ਦੇ ਅੰਦਰ ਟਿਕਾ ਦਿੱਤੀ। ਇਹ ਪਹਿਲਾ ਵਕਤ ਹੈ ਜਦੋਂ ਪਿਓ ਨੇ ਪੁੱਤ ਨੂੰ ਗੁਰਗੱਦੀ ਦਿੱਤੀ। ਗੁਰੂ ਨਾਨਕ ਸਾਹਿਬ ਦੇ ਪੁੱਤ ਵੀ ਪਰਿਵਾਰ ਨਾ ਹੋ ਸਕੇ, ਗੁਰੂ ਅੰਗਦ ਸਾਹਿਬ ਦੇ ਪੁੱਤ ਵੀ ਗੁਰਗੱਦੀ ਲਈ ਨਾ ਚੁਣੇ ਗਏ, ਗੁਰੂ ਅਮਰਦਾਸ ਜੀ ਦੇ ਪੁੱਤ ਵੀ ਗੁਰਗੱਦੀ ਦੇ ਤਖਤ ਤੇ ਨਾ ਬੈਠ ਸਕੇ। ਇਹ ਪਹਿਲਾ ਵਕਤ ਹੈ ਗੁਰੂ ਰਾਮਦਾਸ ਜੀ ਦਾ ਪੁੱਤ ਗੁਰਗੱਦੀ ਤੇ ਬੈਠਿਆ ਹੈ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਗੁਰਗੱਦੀ ਤੇ ਵਿਰਾਜਮਾਨ ਹੋਏ। ਕੁਝ ਦਿਨਾਂ ਬਾਅਦ ਸਾਡੇ ਸਮਾਜ ਵਿੱਚ ਸਮਾਜਿਕ ਕੰਮਾਂ ਲਈ ਅਤੇ ਪਿਤਾ ਦੇ ਅੰਤਮ ਅਰਦਾਸ ਲਈ ਸਮਾਜ ਇਕੱਠਾ ਹੁੰਦਾ ਹੈ। ਜਦੋਂ ਇਕੱਠੇ ਹੋਏ ਤੇ ਬਾਬਾ ਪਿਰਥੀ ਚੰਦ ਜੀ ਵੀ ਬੈਠੇ ਨੇ, ਉਹਨਾਂ ਨਾਲ ਮਸੰਦ ਨੇ। ਬਾਬਾ ਬੁੱਢਾ ਜੀ ਇੱਕ ਥਾਲੀ ਵਿੱਚ ਦਸਤਾਰ ਰੱਖ ਕੇ ਉਹ ਗੁਰੂ ਅਰਜਨ ਪਾਤਸ਼ਾਹ ਜੀ ਵੱਲ ਨੂੰ ਤੁਰੇ। ਬਾਬਾ ਬੁੱਢਾ ਜੀ ਨੇ ਝਪਟ ਮਾਰ ਕੇ ਦਸਤਾਰ ਹੀ ਨਹੀਂ ਖੋਈ। ਉਹਨਾਂ ਦੇ ਨਾਲ ਦੇ ਮਸੰਦ ਵੀ ਖੜੇ ਹੋ ਗਏ ਤੇ ਨਾਲੇ ਕੌੜੇ ਬੋਲ ਬੋਲੇ। ਕਹਿਣ ਲੱਗੇ, ਬਾਬਾ ਜੀ ਮੈਨੂੰ ਮੇਰੇ ਬਾਪੂ ਤੇ ਉਹਨਾਂ ਸ਼ਿਕਵਾ ਨਹੀਂ ਹੈ। ਗੁਰੂ ਰਾਮਦਾਸ ਜੀ ਦੇ ਬਾਰੇ ਚ ਕਹਿਣ ਲੱਗੇ, ਮੈਨੂੰ ਮੇਰੇ ਬਾਪੂ ਤੇ ਉਹਨਾਂ ਸ਼ਿਕਵਾ ਨਹੀਂ ਹੈ, ਕਿਉਂਕਿ ਉਹ ਅਨਪੜ੍ਹ ਸੀ। ਮੈਨੂੰ ਮਾਫ ਕਰੇ, ਮੈਨੂੰ ਕਈ ਥਾਵਾਂ ਤੇ ਇਹੋ ਜਿਹੇ ਸ਼ਬਦ ਵਰਤਣੇ ਪੈਂਦੇ ਨੇ, ਪਰ ਉਹਨਾਂ ਨੂੰ ਨਹੀਂ ਸੀ ਪਤਾ। ਤੁਸੀਂ ਤਾਂ ਭਲੀ ਭਾਂਤ ਜਾਣਦੇ ਹੋ ਵੀ ਮੈਂ ਸਾਰਾ ਹਿਸਾਬ ਕਿਤਾਬ ਰੱਖਦਾ ਰਿਹਾ, ਸੇਵਾ ਕਰਦਾ ਰਿਹਾ ਤੇ ਗੁਰਗੱਦੀ ਉੱਤੇ ਹੱਕ ਤਾਂ ਮੇਰਾ ਹੈ। ਜਦੋਂ ਮਸੰਦ ਰੌਲਾ ਪਾਉਣ ਲੱਗੇ ਤੇ ਉੱਧਰੋਂ ਰੌਲਾ ਪੈਣ ਲੱਗਾ, ਗੁਰੂ ਅਰਜਨ ਪਾਤਸ਼ਾਹ ਜੀ ਨੇ ਬੜੇ ਠੰਮੇ ਨਾਲ ਇੱਕ ਵਚਨ ਕਿਹਾ। ਕਹਿਣ ਲੱਗੇ, ਬਾਬਾ ਜੀ ਦਸਤਾਰ ਇਹਨਾਂ ਨੂੰ ਦੇ ਦਿਓ। ਗੁਰਗੱਦੀ ਇੱਕ ਬਖਸ਼ਿਸ਼ ਹੈ, ਗੁਰਗੱਦੀ ਕੱਪੜਾ ਨਹੀਂ ਹੈ। ਕਦੀ ਦਸਤਾਰ ਬੰਨਣ ਨਾਲ ਕੋਈ ਗੁਰੂ ਨਹੀਂ ਬਣਦਾ, ਇਹ ਤਾਂ ਰਹਿਮਤਾਂ ਨੇ। ਔਰ ਇੱਕ ਦਸਤਾਰ ਬਾਬੇ ਪਿਰਥੀ ਚੰਦ ਨੂੰ ਦਿੱਤੀ ਗਈ, ਦੂਜੀ ਦਸਤਾਰ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੂੰ ਬਖਸ਼ਿਸ਼ ਹੋਈ। ਹੁਣ ਚੇਤਾ ਰੱਖਿਓ ਜੀ, ਬਿਨਾਂ ਵਿਆਖਿਆ ਕਰਿਆ ਕੀ ਸੰਗਤ ਨੇ ਇਹਦੀ ਆਪੇ ਹੀ ਵਿਆਖਿਆ ਕਰ ਲਈ। ਗੁਰ ਆਈ ਪੱਗ ਅਰਜਨ ਲੱਦੀ, ਮਰਨੇ ਦੀ ਪੱਗ ਪਿਰਥੀਏ ਬੱਧੀ। ਕਹਿਣ ਲੱਗੇ, ਜਿਹੜੀ ਬਾਬਾ ਪਿਰਥੀ ਚੰਦ ਨੂੰ ਪੱਗ ਮਿਲੀ ਉਹ ਤਾਂ ਮਿਲੀ ਵੱਡੇ ਪੁੱਤਰ ਹੋਣ ਦੇ ਨਾਤੇ, ਭਈ ਅੱਜ ਤੋਂ ਬਾਅਦ ਜਿਹੜੇ ਸੰਸਾਰਕ ਕੰਮ ਨੇ ਉਹਨਾਂ ਦੀ ਜ਼ਿੰਮੇਵਾਰੀ ਬਾਬਾ ਪਿਰਥੀ ਚੰਦ ਜੀ ਦੇ ਉੱਤੇ ਹੈ। ਪਰ ਜਿਹੜੇ ਅਧਿਆਤਮਿਕ ਕਾਰਜ ਨੇ
ਉਹ ਗੁਰਗੱਦੀ ਦੇ ਤਖਤ ਤੇ ਨੇ, ਉਹ ਗੁਰੂ ਅਰਜਨ ਪਾਤਸ਼ਾਹ ਜੀ ਨੇ। ਮੈਂ ਕੱਲ ਜਦੋਂ ਸ਼ੁਰੂ ਕੀਤੀ ਸੀ ਉਦੋਂ ਗੱਲ ਕੀਤੀ ਸੀ ਵੀ ਅਸੀਂ ਆਪਣਾ ਅੱਜ ਮਨ ਮਨਾਉਣਾ ਹੈ। ਗੁਰਪੁਰਬ ਤਾਂ ਮੈਨੂੰ ਪਤਾ ਨਹੀਂ ਕਿੰਨੇ ਕੁ ਸਦੀਆਂ ਬੀਤ ਗਈਆਂ, ਆਪਾਂ ਮਨਾਉਂਦੇ ਹੀ ਆ ਰਹੇ। ਮਨ ਮਨਾਉਣਾ ਉਹ ਮਨਾ, ਤੂੰ ਕਦੇ ਚਲਾਕੀ ਨਾ ਛੱਡ ਕੇ ਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣ ਕੇ ਦੇਖ, ਕਦੇ ਮਾਲਕ ਤੇ ਭਰੋਸਾ ਕਰਕੇ ਦੇਖ, ਗੁਰੂ ਤੇ ਯਕੀਨ ਕਰਕੇ ਦੇਖ, ਛੱਡ ਕੇ ਚਤਰਾਈਆਂ, ਨਿਮਾਣਾ ਹੋ ਕੇ ਗੁਰੂ ਦਰ ਤੇ ਆ ਕੇ ਵੇਖ। ਹੁਣ ਇੱਥੇ ਇੱਕ ਗੱਲ ਵਿਚਾਰਨ ਵਾਲੀ, ਬੜੀ ਤਵੱਜੋ ਦੇ ਕੇ ਸਮਝਿਓ। ਤੁਸੀਂ ਕਿਸੇ ਨੂੰ ਵੀ ਪੁੱਛੋਗੇ, ਕਿਸੇ ਨੂੰ ਵੀ ਦੇਖੋਗੇ, ਸਮਾਂ ਬਹੁਤ ਸੀਮਤ ਹੁੰਦਾ ਮੇਰੇ ਕੋਲ। ਜਿਹੜਾ ਬੰਦਾ ਲੰਮਾ ਸਮਾਂ ਕਿਸੇ ਡਾਕਟਰਾਂ ਕੋਲ ਵੀ ਜਾਂਦਾ ਨਾ, ਤੇ ਮਾਫ ਕਰਿਓ, ਤਾਂ ਡਾਕਟਰ ਉਹ ਆਪ ਹੀ ਬਣ ਜਾਂਦਾ ਹੈ। ਜਿਹੜੇ ਬੰਦੇ ਨੂੰ ਕੋਈ ਇਮੀਗ੍ਰੇਸ਼ਨ ਦਾ ਚੱਕਰ ਪੈ ਜਾਏ, ਉਹ ਬਾਰ-ਬਾਰ ਜਾਵੇ ਵਕੀਲਾਂ ਦੇ ਕੋਲ, ਅੱਧਾ ਵਕੀਲ ਉਹ ਖੁਦ ਹੀ ਬਣ ਜਾਂਦਾ ਹੈ। ਐਸੀਆਂ ਹਜ਼ਾਰਾਂ ਹੀ ਉਦਾਹਰਨਾਂ ਨੇ। ਮੈਂ ਬੇਨਤੀ ਕਿਉਂ ਕਰਨ ਲੱਗਾ, ਇਹਨੂੰ ਬੜਾ ਧਿਆਨ ਨਾਲ ਸੁਣਿਓ। ਜਿਹੜੇ ਭੱਟ ਨੇ ਨਾ, ਉਹ ਭੱਟਾਂ ਦਾ ਇੱਕ ਟੋਲਾ ਸਿਰਫ ਇਸ ਲਈ ਥਾਂ ਥਾਂ ਤੇ ਫਿਰ ਰਿਹਾ ਹੈ ਭਈ ਕੋਈ ਇਹੋ ਜਿਹਾ ਮਿਲੇ ਜਿਹਦੇ ਬੋਲਾਂ ਵਿੱਚੋਂ ਸਾਨੂੰ ਰੱਬੀ ਰਾਹ ਲੱਭ ਜਾਏ। ਹੁਣ ਜਿਹੜਾ ਇੱਕ ਬੰਦਾ ਇੱਕ ਥਾਂ ਤੇ ਗਿਆ, ਉੱਥੋਂ ਉਹਨੂੰ ਧੋਖਾ ਮਿਲਿਆ, ਦੂਜੀ ਥਾਂ ਤੇ ਗਿਆ, ਤੀਜੀ ਥਾਂ ਤੇ ਗਿਆ, ਔਰ ਭੱਟਾਂ ਦਾ ਖੁਦ ਦਾ ਬਚਨ ਹੈ, ਕਹਿੰਦੇ ਸਾਲਾਂ ਬੱਧੀ ਹੋ ਗਏ ਸਾਨੂੰ ਫਿਰਦਿਆਂ ਨੂੰ। ਰਹੋ ਸੰਤ ਹੋਂ ਟੋਲ ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪੱਸੀਏ ਮੁਖੋਂ ਇਹ ਪੰਡਿਤ ਮਿੱਠੇ, ਬਰਸ ਏਕ ਹੋਂ ਫਿਰਿਓ ਕਿਨੇ ਨਾ ਪਰਚੋ ਲਾਇਓ, ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਉਹਨਾਂ ਦਾ ਕਿੱਡਾ ਵੱਡਾ ਤਜਰਬਾ ਹੋ ਗਿਆ ਹੋਏਗਾ ਉਹਨਾਂ ਭੱਟਾਂ ਦਾ। ਉਹ ਜਿੱਥੇ ਵੀ ਜਾਂਦੇ ਨੇ ਉਹ ਪਰਖ ਲੈਂਦੇ ਨੇ ਭਈ ਨਹੀਂ, ਇਹ ਗੱਲਾਂ ਬਾਤਾਂ ਹੀ ਨੇ, ਇਹਨਾਂ ਦੇ ਅੰਦਰ ਉਹ ਸੱਚ ਨਹੀਂ ਹੈ। ਗੱਲੀ ਹੁਣ ਸੁਹਾਗਣ ਭੈਣੇ ਕੰਤ ਨ ਕਬੂ ਮੈਂ ਮਿਲੇ, ਗੱਲੀ ਜੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸੰਸਰ ਜਾਣੇ, ਜੋਗੀ ਕਹੀਏ ਸੋਈ। ਉਹਨਾਂ ਨੇ ਹੁਣ ਜਦੋਂ ਗੁਰੂ ਅਰਜਨ ਪਾਤਸ਼ਾਹ ਜੀ ਗੁਰਗੱਦੀ ਤੇ ਬੈਠੇ ਨੇ, ਸੰਗਤਾਂ ਦੂਰੋਂ ਪਾਰੋਂ ਜਥੇ ਬਣਾ ਕੇ ਆ ਰਹੀਆਂ ਨੇ। ਜੇ ਇੱਕ ਜਥੇ ਨੂੰ ਮਿਲਦੇ ਨੇ, ਉਹਦੀ ਜ਼ੁਬਾਨ ਤੇ ਵੀ ਗੁਰੂ ਅਰਜਨ ਪਾਤਸ਼ਾਹ ਦੀ ਤਾਰੀਫ, ਦੂਜੇ ਜਥੇ ਨੂੰ ਮਿਲਦੇ ਨੇ, ਉਹਦੀ ਜ਼ੁਬਾਨ ਤੇ ਵੀ ਗੁਰੂ ਅਰਜਨ ਪਾਤਸ਼ਾਹ ਦੀ ਤਾਰੀਫ, ਤੀਜੇ ਜਥੇ ਨੂੰ ਮਿਲਦੇ ਨੇ, ਉਹਦੇ ਕੋਲ ਵੀ ਗੁਰੂ ਅਰਜਨ ਪਾਤਸ਼ਾਹ ਦੀਆਂ ਵਡਿਆਈਆਂ। ਉਹਨਾਂ ਨੇ ਸਾਰੀਆਂ ਗੱਲਾਂ ਸੁਣ ਕੇ ਤੇ ਉਹ ਵੀ ਗੁਰੂ ਅਰਜਨ ਪਾਤਸ਼ਾਹ ਦੇ ਦਰਬਾਰ 'ਚ ਆਉਣ ਲੱਗੇ ਨੇ। ਤੇ ਉਹਨਾਂ ਦੇ ਦਿਮਾਗ ਵਿੱਚ ਜਿਹੜੀ ਤਸਵੀਰ ਵਸੀ ਹੋਈ ਹੈ, ਆਪਾਂ ਇੱਕ ਤਸਵੀਰ ਘੜ ਲੈਂਦੇ ਹਾਂ ਆਪਣੇ ਖਿਆਲਾਂ ਵਿੱਚ, ਤੇ ਜਿਹੜੀ ਤਸਵੀਰ ਉਹਨਾਂ ਦੇ ਦਿਮਾਗ 'ਚ ਵਸੀ ਹੋਈ ਹੈ, ਉਹ ਦਿਮਾਗ 'ਚ ਤਸਵੀਰ ਇਹ ਵਸੀ ਹੈ ਵੀ ਕੋਈ ਬਹੁਤ ਬਜ਼ੁਰਗ ਹੋਵੇਗਾ, ਲੰਮੀ ਸਾਧਨਾ ਕੀਤੀ ਹੋਵੇਗੀ, ਉੱਠ ਕੇ ਤੁਰਨ ਜੋਗਾ ਨਹੀਂ ਹੋਵੇਗਾ, ਬਹੁਤ ਕਮਜ਼ੋਰ ਜਿਹਾ ਹੋਵੇਗਾ, ਲੰਮਾ ਦਾੜਾ ਤੇ ਖੁੱਲੇ ਕੇਸ ਤੇ ਕਈ ਕੁਛ ਜੋ ਭਗਤੀ ਕਰਨ ਵਾਲਿਆਂ ਦੀਆਂ ਤਸਵੀਰਾਂ ਸਾਡੇ ਦਿਮਾਗ 'ਚ ਬਣ ਜਾਂਦੀਆਂ ਨੇ। ਤੇ ਜਦੋਂ ਉਹ ਦਰਬਾਰ 'ਚ ਆਏ, ਦੇਖ ਕੇ ਹੈਰਾਨ। 1581 ਨੂੰ ਗੁਰਗੱਦੀ ਮਿਲੀ ਹੈ, 1563 ਨੂੰ ਉਹਨਾਂ ਦਾ ਪ੍ਰਕਾਸ਼ ਹੋਇਆ। 18 ਸਾਲ ਦੀ ਉਮਰ ਹੈ। 18 ਸਾਲ ਦੀ ਉਮਰ ਗੁਰੂ ਅਰਜਨ ਪਾਤਸ਼ਾਹ ਦੀ, ਉੱਚੇ ਲੰਮੇ ਗੱਭਰੂ ਜਵਾਨ, ਹਜੇ ਦਾੜੀ ਵੀ ਪੂਰੇ ਤੌਰ ਤੇ ਨਹੀਂ ਆਈ ਹੋਈ, ਸਿੱਖ ਜਗਤ ਨੂੰ ਮੱਥਾ ਟੇਕ ਰਿਹਾ। ਔਰ ਮੱਥਾ ਟੇਕਣ ਵਾਲਾ ਬਾਬਾ ਬੁੱਢਾ ਉਹ ਹੈ ਜਿਹਦੀ ਉਮਰ ਕਿੰਨੇ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਤੋਂ ਚਲੀ ਆ ਰਹੀ ਨਹੀਂ। ਉਹ ਕੋਈ ਧੋਖੇ ਵਾਲੀ ਗੱਲ ਤੇ ਹੈ ਨਹੀਂ ਸੀ। ਭੱਟਾਂ ਦੇ ਅੰਦਰੋਂ ਬਾਬਾ ਪਿਰਥੀ ਚੰਦ ਰੌਲਾ ਪਾ ਰਿਹਾ ਦਸਤਾਰ ਦਾ, ਉਹਦੇ ਮਸੰਦ ਰੌਲਾ ਪਾ ਰਹੇ ਨੇ, ਉਹ ਕਹਿ ਰਹੇ ਨੇ ਵੀ ਅਸੀਂ ਗੁਰੂ ਹੈ। ਦੂਜੇ ਪਾਸੇ ਗੁਰੂ ਅਰਜਨ ਪਾਤਸ਼ਾਹ ਜੀ ਠਰਮੇ ਨਾਲ ਬੈਠੇ ਨੇ। ਜਦੋਂ ਭੱਟਾਂ ਨੇ ਇਹ ਦਰਸ਼ਨ ਕੀਤੇ ਨਾ, ਇੱਕ ਪਲ ਮੈਂ ਰੁਕਣ ਲੱਗਾ। ਮੈਂ ਹਰ ਵਾਰੀ ਬੇਨਤੀ ਕਰਨਾ ਹੈ ਤੇ ਅੱਜ ਵੀ ਦੁਹਰਾਉਣ ਲੱਗਾ। ਦੇਖੋ, ਸਾਡਾ ਨਿੱਤ ਦਾ ਕੰਮ ਹੈ, ਆਪਾਂ ਗੁਰਦੁਆਰਾ ਸਾਹਿਬ ਜਦੋਂ ਵੀ ਆਉਨੇ ਮੱਥਾ ਟੇਕਨੇ, ਪਰ ਕਿਸੇ ਦਿਨ ਆਪਣੇ ਆਪ ਨੂੰ ਪੁੱਛ ਕੇ ਮੱਥਾ ਟੇਕਿਓ ਵੀ ਮਨਾ ਤੂੰ ਜਿਹਨੂੰ ਮੱਥਾ ਟੇਕਣ ਲੱਗਾ ਤੈਨੂੰ ਕੀ ਸਮਝਦਾ ਹੈ। ਆਪਣੇ ਆਪ ਨੂੰ ਪੁੱਛ ਕੇ ਮੱਥਾ ਟੇਕਿਓ। ਉਸ ਦਿਨ ਕੋਈ ਬੇਅਦਬੀ ਨਹੀਂ ਜੇ ਨਹੀਂ ਵੀ ਟੇਕੋਗੇ।
बैठ जाओ, जिस दिन मन मन गया उस दिन टेक दे। पुछो एक दिन भी तू की समझ के मत्था टेकन लगा है। जे ना समझ लगे ना, फिर तिन दी बाणी पढ़ियो, तिना दे बोल पढ़ियो। नंबर एक भट्टां दी बाणी पढ़ियो, तुहानूं पता लगे गुरु की हुंदा है। दूजी गल भाई गुरदास जी दे बोल पढ़ियो भी गुरु की हुंदा है। तीजी गल भाई नंद लाल सिंह दी बाणी पढ़ियो भी गुरु की हुंदा है। जे ना समझ लगे ना, तिन्हां नूं पुछियो जी, समा नहीं अपने कोल। भट्टां ने गुरु अर्जन पातशाह दे दर्शन किए। दर्शन करके अंदरों एक बाणी का मान लो झरना बह तुरिया। गुरु साहब की तारीफ करन लगे, साहब ने रोक दिते, कहन लगे नहीं, दुनिया भी इहो गलती करदी, आपां नहीं करनी। दुनिया सिर्फ किसी इमारत के बनेरे नूं देखदी है, किन्ना डेकोरेट किया होया, शिंगारिया होया। उन्होंने नहीं पता भी नीहां दियां इट्टां दी की कुर्बानी है। जदों कोई फुल नूं देखदा है तो फुल नूं देखदा है, उन्होंने नहीं पता भी फुल दा पिछोकड़ की है। फुल असल विच किसी टाणी नाल लग्या है, टाणी किसी टाणे नाल लगी है, टाणा किसी तणे नाल लगा है, तणे दी जिंद जान किसी जड़ां विच हुंदी है। इस घर दियां जड़ां ने गुरु नानक साहब, इस घर दा तना है गुरु अंगद साहब, इस घर का टाणा है गुरु अमरदास जी, इस घर की टाणी है गुरु रामदास जी। इस टाणी ते लग्या होया अर्जन का फुल है ना जिहड़ा, ये तो उन्हां दी कुर्बानी है, मेरा की है। फिर भट्टां ने 123 सवैये लिखे। 10 सवैये गुरु नानक साहब जी के बारे, 10 सवैये गुरु अंगद साहब जी के बारे, 22 सवैये गुरु अमरदास जी के बारे, 60 सवैये गुरु रामदास जी के बारे, 21 सवैये गुरु अर्जन पातशाह जी के बारे। जग और न जाए महात्म में अवतार उजागर आन कियो, तिनके 2 कोट कदूर गए मथुरा जिन अमृत नाम पियो। ए पद्धति मत चुकै रे मन भेद विभेद न जान बियो, प्रत्यक्ष हृदय गुरु अर्जन के हर पूर्ण ब्रह्म निवास लियो। भट्टां दे अंदरों निकले हुए रब्बी बाणी दे बोल उदों दोनों धिरां विचों निर्णय किसी तीजी धिर ने कर दिता। एक धिर गुरु अर्जन पातशाह जी ने, दूजी धिर बाबा पिरथी चंद है। वो कह रहे हैं मैं गुरु है, सिख कह रहे हैं गुरु अर्जन पातशाह जी गुरु ने। पर तीजी धिर भट्टां ने आके फैसला कर दिता भी इन्हां दे दीदारां विचों सानूं की लभे है। हुण गुरु अर्जन साहब जी अमृतसर साहब की धरती ते आ गए। हुण तुसीं देखियो, मैं 2 पक्ष तुहाडे नाल थोड़े जे शब्दां विच साझे करना चाहुंदा। अगर साडी कौम ये विचार नूं पल्ले बन लवे ना, तो साडीआं बहुतीआं मुश्किलां हल हो सकदियां ने। विरोधियां दा काम है, उन्होंने विरोध करना ही करना है, ये उन्हां दा सुभाਅ है। पर साडी कौम हमेशा विरोधियों नाल ही लड़ी जाती है। उन्होंने छड्डिए। मैं गुरु अर्जन पातशाह की एक तस्वीर तुहाडे सामने रखनी चाहना। पहले मैं विरोधियों की लिस्ट तुहाडे सामने रखा। सब तो पहला विरोधी है जहांगीर बादशाह। दूजा विरोधी है उस वेले सखी सरवरियां दे विचों। तीजा विरोधी है मुहम्मद बाकी बिल्ला, ते उहदे विचों तीजा विरोधी है उस वेले का मुर्तज़ा खान। चौथा विरोधी है बाबा पिरथी चंद। पंजवां विरोधी है सुरही खान। ये सारे विरोधी ने, हर वक्त चाहत रखते हैं कि किस घर दा लगे तो असी इस घर की तहश नहश कर दईए। इन्ने विरोधी ने, होर भी बथेरे ने, पर आपां हुण चंदू विरोधी है, इस घर का प्रमुख है। इन्ने विरोधियों के बावजूद सिर्फ 43 साल उम्र है गुरु अर्जन पातशाह जी महाराज की। मैं फिर दोहरावां, 1563 विच प्रकाश है, 1606 नूं वो शहीदी दिंदे ने। सिर्फ ते सिर्फ चेते रखियो जे, बेनती करा, इन्ने थोड़े जे समय विच 43 साल की सिर्फ उम्र दे विच विरोधी इन्ने ने। पर गुरु जी की कर रहे हैं,
1599 89 दरबार साहिब की नींह रखी। दरबार साहिब की नींह जिहड़ी है ना वो 1599 विच रखी हुई है। 1590 विच अगले साल ही तरन तारण साहिब बसाया ते उत्थे कोड़ी घर बनाया। ये पहला कोड़ी घर सी, इत्थे ही बस नहीं। 1594 दे विच करतारपुर साहिब बसाया जिहड़ा जलंधर दे लागे है। इन्ने कम छोटी जी उम्र विच। फिर उस तो अगे 1595 विच गुरु हरगोबिंद साहिब सच्चे पातशाह का प्रकाश होंदा है। हुण असीं भी अपने बच्चों का जन्मदिन मनाउने हैं, पर देखियो जे मानू मनायो अज गुरु अर्जन पातशाह के घर पुत्र का जन्म होया। इन्हां ने छाटा साहिब दे विच खूह लगवाया कि अज असीं अपने बच्चों के जन्मदिन ते समाजिक भलाई का कोई काम करते हैं। 1595 विच छाटा साहिब दे विच खूह लगवाया। 1597 दे विच नाल इन्हां ने श्री हरगोबिंदपुरा बसाया। और चेते रखियो जे 1601 विच गुरु ग्रंथ साहिब जी का पावन स्वरूप लिखना शुरू किया। 1604 दे विच गुरु ग्रंथ साहिब जी का पावन स्वरूप तैयार किया। नाल दरबार साहिब की इमारत जिहड़ी 1601 विच तैयार हो गई सी। एक पासे विरोधी इन्ने, एक पासे इन्ने कारज एडी छोटी जी उम्र दे विच। आखिरकार उन्हां जालमां दियां जिहड़ियां विचारां सी भई इस घर नूं कदों इहदा दरवाजा बंद करिए, उहदे लई सोच उन्हां दी लंबे समय दी सी, पर कोई साधन नहीं सी बनदा। धन गुरु अर्जन पातशाह जी महाराज दा अज आप अपने मन च विचारियो, मना तू निक्की जी तकलीफ तो कल्प जाना है। बाबा पिरथी चंद किड्डा विरोध करदा है, 3 वारी उहदे पुੱਤ नूं ਜ਼ਹਿਰ दिंदा है, पर एक भी गुलामा नहीं है गुरु अर्जन पातशाह जी महाराज वालों। वक्त का हाकम किन्नी जोर लाउंदा है, किन्नी ताकत लाउंदा है, अपनी सुलगी खां वर्गे किन्ना जोर लाउंदे ने, पर चेते रखियो कोई शिकवा शिकायत नहीं। बल्कि यूं कह लिए भाई गुरु अर्जन पातशाह जी एक दिन नहीं समुची जिंदगी की तत्ती तवी ते बैठ के पानी नूं मिठा करके मनते रहे। आखिर वो वक्त आया जदों अमीर खुसरो दे बगावत का बहाना ला के, छोटा जिहा दृष्टांत दे दिया। अकबर बादशाह ने दीने इलाही धर्म चलाया सी। जिन्ने विरोधी सन उन्होंने अकबर बादशाह के वेले भी शिकायत बहुत कीतियां, पर हैरानी की गल यह है भी अकबर बादशाह के उत्ते उन्हां दियां गल्लां दा असर नहीं होया। अगे अगे पिछोकड़ विच बहुता ना जावां, सिर्फ निक्कियां निक्कियां गल्लां मैं तुहाडे नाल साझीआं करना। जदों सवालों के जवाब गुरु रामदास जी दे के आए सी, अकबर बादशाह नूं तसल्ली हो गई सी गुरु अमरदास जी के वेले। दूजी गल है अकबर बादशाह खुद आके गुरु अमरदास जी के लंगरां चों लंगर छक के वो सारी गल देख चुका होया सी भी इस घर की रहनी बहनी की है। विरोधियों दियां गल्लां दा अकबर बादशाह के उत्ते असर ना होया। अकबर बादशाह गद्दी देनी चाहुंदा है अपने पोतरे खुसरो नूं। खुसरो बहुत नेक सी बंदा। अकबर बादशाह ओदा पुत्त है जहांगीर, ओदा पुत्त है खुसरो। ये अकबर बादशाह जिहड़ी गद्दी है राजगद्दी खुसरो नूं देना चाहुंदा क्योंकि जहांगीर शराबी है, जहांगीर विकारी बंदा है। जिहड़ी नूर जहां है ये कश्मीर च ब्याही हुई सी, इहने इहदे पति नूं मरवा के नूर जहां नूं ब्याह लिया सी। ये तो यह भी शराबी बंदा है। अकबर बादशाह नूं गद्दी नहीं देनी चाहुंदा। इहने उस वेले कोशिश की खुसरो नूं कैदी करके जहांगीर ने धोखे नाल गद्दी ले ली। ये कहा भी मैं जेड़े मुसलमान सिख बन रहे ने उन्होंने रोकांगा। इतिहासक लंबियां गल्लां ने। हुण खुसरो आगरे दे विच कैद है, जहांगीर बादशाह तखत 'ते बैठ गया ते उन्हें एक बहाना लाया खुसरो ने
ਕਹਿਣ ਲੱਗਿਆ ਵੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਹੁਣ ਗੱਦੀ ਤੇ ਬੈਠੇ ਹਾਂ, ਹੁਣ ਕੀ ਹੋਣਾ ਹੈ? ਮੈਂ ਆਪਣੇ ਦਾਦੇ ਦੀ ਸਮਾਧ ਤੇ ਫੁੱਲ ਚੜਾਉਣਾ ਚਾਹੁੰਦਾ, ਤੁਸੀਂ ਮੈਨੂੰ ਭੇਜ ਸਕਦੇ ਹੋ? ਉਹਨੇ ਆਪਣੇ ਪੁੱਤ ਨੂੰ ਜਹਾਂਗੀਰ ਨੇ ਆਗਰੇ ਤੋਂ ਆਜ਼ਾਦ ਕਰ ਦਿੱਤਾ। ਉਹਨੇ ਨਾਲ ਫੌਜਾਂ ਲਈਆਂ ਤੇ ਬਾਗੀ ਹੋ ਗਿਆ। ਹੁਣ ਜਦੋਂ ਬਾਗੀ ਹੋ ਕੇ ਆ ਰਿਹਾ, ਜਿਹੜੇ ਜਿਹੜੇ ਲੋਕ ਖੁਸਰੋ ਦੀ ਮਦਦ ਕਰ ਰਹੇ ਨੇ, ਉਹਨਾਂ ਦੇ ਪਿੱਛੇ ਪਿੱਛੇ ਜਹਾਂਗੀਰ ਤੇ ਮੁਰਤਜ਼ਾ ਖਾਂ ਆ ਰਿਹਾ ਹੈ। ਉਹ ਸਾਰਿਆਂ ਨੂੰ ਸਜ਼ਾਵਾਂ ਦਿੰਦਾ ਆ ਰਿਹਾ ਹੈ, ਬਕਾਇਦਾ ਸਜ਼ਾਵਾਂ ਦਿੰਦਾ ਆ ਰਿਹਾ ਹੈ। ਇਹ ਸਾਰਾ ਕੁਝ ਨਿਬੜ ਗਿਆ। ਚਨਾਬ ਦਰਿਆ ਦੇ ਕਿਨਾਰੇ ਅਮੀਰ ਖੁਸਰੋ ਪਕੜਿਆ ਗਿਆ। ਖੁਸਰੋ ਪਕੜਿਆ ਗਿਆ, ਉਹਨੂੰ ਵੀ ਸਜ਼ਾ ਦਿੱਤੀ। ਦੇਖੋ, ਰਾਜਨੀਤੀ ਕਿਸੇ ਦੀ ਨਹੀਂ ਹੁੰਦੀ, ਸਾਨੂੰ ਭੁਲੇਖਾ ਹੈ। ਜਹਾਂਗੀਰ ਨੇ ਆਪਣੇ ਪੁੱਤ ਦੀਆਂ ਅੱਖਾਂ ਸਿਉਂ ਦਿੱਤੀਆਂ ਸੀ। 6 ਸਾਲ ਤੜਫ ਕੇ ਮਰਿਆ ਖੁਸਰੋ। ਉਹਨੇ ਅੱਖਾਂ ਸਿਉਂ ਕੇ, ਸਿਉਣਾ ਤੁਸੀਂ ਸਮਝਦੇ ਹੀ ਹੋ, ਅੱਖਾਂ ਨੂੰ ਸਿਉਂ ਕੇ ਆਗਰੇ 'ਚ ਕੈਦ ਕਰ ਦਿੱਤਾ ਸੀ। ਆਪਣੇ ਪੁੱਤ ਨੂੰ ਤੜਫਦਾ ਮਰ ਕੇ ਦੇਖਦਾ ਮਰਦਾ ਰਿਹਾ। ਤੇ ਖੁਸਰੋ ਤੇ ਐਵੇਂ ਉਹਦੇ ਸਾਥੀਆਂ ਨੂੰ ਸਜ਼ਾਵਾਂ ਦਿੱਤੀਆਂ। ਇਹ ਕੰਮ ਸਾਰਾ ਕੀ ਮਈ ਮਹੀਨੇ 'ਚ ਨਿਬੜ ਗਿਆ। 20 ਦਿਨ ਲੰਘ ਗਏ, ਚੁੱਪਚਾਪ 20 ਦਿਨ ਲੰਘ ਗਏ। ਲਾਹੌਰ 'ਚ ਬੈਠਾ ਜਹਾਂਗੀਰ। ਹੁਣ ਉਹਨੂੰ ਬਾਕੀ ਕਹਿੰਦੇ ਨੇ, ਤੁਹਾਡੇ ਕੋਲ ਹੁਣ ਵਕਤ ਹੈ। ਉਹ ਫਿਰ ਇੱਕ ਬਹਾਨਾ ਲਾਉਂਦੇ ਨੇ ਵੀ ਗੁਰੂ ਅਰਜਨ ਪਾਤਸ਼ਾਹ ਨੇ ਵੀ ਖੁਸਰੋ ਦੀ ਮਦਦ ਕੀਤੀ ਹੈ। ਹੁਣ 22 ਮਈ ਨੂੰ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕਰਦੇ ਨੇ। 23 ਮਈ ਨੂੰ, 24 ਮਈ ਨੂੰ, 25 ਮਈ ਨੂੰ ਅੱਤ ਦਾ ਕਹਿਰ ਕੀਤਾ ਜਾਂਦਾ ਹੈ। ਉਸ ਤੋਂ ਅੱਗੇ ਤੱਤੀ ਤਵੀ ਤੇ ਬਿਠਾ, ਗਰਮ ਰੇਤ ਪਾ, ਤੇ ਕਿਵੇਂ ਸ਼ਹਾਦਤ ਹੁੰਦੀ ਹੈ। ਇਹ ਸਾਰੀ ਸ਼ਹਾਦਤ 30 ਮਈ ਨੂੰ ਹੋ ਜਾਂਦੀ ਹੈ। ਇਹ ਅਗਲੇਰਾ ਪੱਖ ਕਦੇ ਫਿਰ ਸਾਂਝਾ ਕਰਾਂਗਾ, ਹੁਣ ਵਕਤ ਨਹੀਂ ਹੈ। ਮੈਂ ਸਿਰਫ ਇੰਨੀ ਬੇਨਤੀ ਕਰਨਾ, ਕੋਈ ਕਾਰਨ ਨਹੀਂ, ਕਾਰਨ ਸਿਰਫ ਇੱਕੋ ਹੀ, ਇਸ ਘਰ ਚੋਂ ਜਿਹੜਾ ਹੋਕਾ ਨਿਕਲਦਾ ਉਹ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਆਓ ਅੱਜ ਆਪਣੇ ਮਨਾਂ ਨੂੰ ਮਨਾਈਏ। ਅਸੀਂ ਵੀ ਗੁਰਬਾਣੀ ਦਾ, ਅਸੀਂ ਵੀ ਗੁਰੂ ਬਚਨਾਂ ਦਾ ਆਪਣੇ ਜੀਵਨ ਵਿੱਚ ਉਹਨਾਂ ਨੂੰ ਪੜ੍ਹ ਕੇ, ਵਿਚਾਰ ਕੇ ਆਪਣੇ ਜੀਵਨ ਵਿੱਚ ਕਮਾਈ ਕਰੀਏ। ਸਾਡੀਆਂ ਵੀ ਮੁਸ਼ਕਲਾਂ ਦੇ ਹੱਲ ਨਿਕਲ ਆਉਣਗੇ। ਭੁੱਲਾਂ ਚੁੱਕਾਂ ਦੀ ਖਿਮਾ। ਪਿਆਰ ਸਤਿਕਾਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।